ਤਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ। ਸਾਧ ਸੰਗਤ ਤੇ ਮਰਿਆਦਾ ਲਿਖੀ ਹੋਈ ਹੈ। ਰੀਤੀ ਰਿਵਾਜ ਕਿਉਂ ਨਹੀਂ? ਕਿਉਂਕਿ ਰੀਤੀ ਰਿਵਾਜ ਹਰ ਸਮਾਜ ਦਾ ਵੱਖਰਾ ਵੱਖਰਾ ਹੈ। ਰੀਤੀ ਰਿਵਾਜ ਮਾਝੇ ਵਿੱਚ ਹੋਰ ਨੇ, ਦੁਆਬੇ ਵਿੱਚ ਹੋਰ ਨੇ, ਮਾਲਵੇ ਵਿੱਚ ਹੋਰ ਨੇ, ਪਰ ਜਦੋਂ ਮਰਿਆਦਾ ਦੀ ਗੱਲ ਚੱਲਦੀ ਹੈ ਉਦੋਂ ਸਾਧ ਸੰਗਤ 7 ਸਮੁੰਦਰਾਂ ਤੋਂ ਪਾਰ ਚਲੇ ਜਾਓ ਤਾਂ ਵਿਦੇਸ਼ਾਂ ਵਿੱਚ ਵੀ 7 ਸਮੁੰਦਰ ਤੋਂ ਪਾਰ ਜਾ ਕੇ ਵੀ ਇਹੋ ਮਰਿਆਦਾ ਹੈ। ਉੱਥੇ ਇਸ ਤਰ੍ਹਾਂ ਨਹੀਂ ਹੈ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਭੋਗ ਨਹੀਂ ਪੈਂਦਾ ਜੀ, ਅਮਰੀਕਾ ਵਿੱਚ ਇਸ ਤਰ੍ਹਾਂ ਨਹੀਂ। ਤੁਸੀਂ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਹੋ, ਉੱਥੇ ਜਿਸ ਦਿਨ ਸਰੀਰ ਦਾ ਸੰਸਕਾਰ ਕਰਦੇ ਉਹਨੂੰ ਉਹ ਫਿਊਨਲ ਕਹਿੰਦੇ ਨੇ। ਉਸੇ ਦਿਨ ਸੰਸਕਾਰ ਤੋਂ ਬਾਅਦ ਸਾਰੇ ਰਿਸ਼ਤੇਦਾਰ ਗੁਰਦੁਆਰੇ ਆਉਂਦੇ ਨੇ, ਗੁਰਬਾਣੀ ਦਾ ਕੀਰਤਨ ਹੁੰਦਾ, ਰੱਖੇ ਹੋਏ ਪਾਠ ਦਾ ਭੋਗ ਪੈਂਦਾ ਤੇ ਕਥਾ ਵਿਚਾਰ ਅਰਦਾਸ ਉਸੇ ਦਿਨ ਕਰਦੇ। ਉੱਥੇ ਦਿਨਾਂ ਦਾ ਕੋਈ ਭਰਮ ਨਹੀਂ ਹੈ ਕਿ 5 ਦਿਨਾਂ ਬਾਅਦ ਕਰਨਾ, 10 ਦਿਨਾਂ ਬਾਅਦ ਕਰਨਾ। ਇਹ ਮਰਿਆਦਾ ਵਿੱਚ ਲਿਖਿਆ ਹੋਇਆ। ਬਹਿ ਕੇ ਹੁਕਮ ਦੀ ਵਿਚਾਰ ਕਰਿਓ। ਇਹ ਮਰਿਆਦਾ ਕਿਸ ਨੇ ਬਣਾਈ? ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਵੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ 94 ਸਾਲ ਦੀ ਉਮਰ ਬਤੀਤ ਕੀਤੀ। 94 ਸਾਲ ਦੀ ਉਮਰ ਜਦੋਂ ਮਹਾਰਾਜ ਜੀ ਦੀ ਹੋਈ ਤਾਂ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਅਕਾਲ ਚਲਾਣਾ ਕਰਨ ਲੱਗੇ, ਉਸ ਵਕਤ ਮਹਾਰਾਜ ਨੇ ਸਾਰੇ ਪਰਿਵਾਰ ਨੂੰ ਸੱਦਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਵੱਡਾ ਪਰਿਵਾਰ ਸੀ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੀ 94 ਸਾਲ ਦੀ ਉਮਰ ਸੀ। ਪਾਤਸ਼ਾਹ ਦੇ ਧੀਆਂ ਪੁੱਤਰ, ਦੋਤੇ ਪੋਤੇ ਪੜਪੋਤੇ, ਪਾਤਸ਼ਾਹ ਨੇ ਸਾਰਾ ਪਰਿਵਾਰ ਸੱਦ ਕੇ ਜੋ ਹੁਕਮ ਕੀਤਾ ਉਹ ਸਾਧ ਸੰਗਤ ਮਰਿਆਦਾ ਬਣ ਗਈ। ਉਸ ਵਕਤ ਪਾਤਸ਼ਾਹ ਨੇ ਜੋ ਸ਼ਬਦ ਕਹੇ ਉਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਲਿਖੇ, ਔਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ। ਸਾਨੂੰ ਪਾਤਸ਼ਾਹ ਨੇ ਉਸੇ ਵਕਤ ਮਰਿਆਦਾ ਦੇ ਦਿੱਤੀ। ਪਾਤਸ਼ਾਹ ਨੇ ਹੁਕਮ ਕੀਤਾ, ਸਤਿਗੁਰ ਭਾਣੇ ਆਪਣੇ ਵੈ ਪਰਿਵਾਰ ਸਦਾਇਆ। ਸਾਰਾ ਪਰਿਵਾਰ ਸੱਦਿਆ ਤੇ ਸੱਦ ਕੇ ਹੁਕਮ ਕੀਤਾ, ਕਹਿੰਦੇ ਮਤ ਮੈਂ ਪਿੱਛੇ ਕੋਈ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਪੁੱਤਰ ਧੀਆਂ ਪੋਤੇ ਪੜਪੋਤੇ ਦੋਤੇ ਦਮਾਦ ਸਭ ਨੂੰ ਸੱਦ ਕੇ ਹਜ਼ੂਰ ਨੇ ਕਿਹਾ, ਭਾਈ ਸਾਡੇ ਕਾਲ ਚਲਾਣੇ ਤੇ ਤੁਸੀਂ ਰੋਣਾ ਨਹੀਂ ਹੈ। ਜਦੋਂ ਸਾਡੇ ਸਵਾਸ ਪੂਰੇ ਹੋਣ ਉਦੋਂ ਕਿਸੇ ਨੇ ਵਿਰਲਾਪ ਕਰਕੇ ਰੱਬ ਨਾਲ ਰੋਸ ਨਹੀਂ ਕਰਨਾ ਕਿ ਰੱਬਾ ਤੂੰ ਮਾੜਾ ਕੀਤਾ। ਪਰਿਵਾਰ ਵਾਲਿਆਂ ਬੇਨਤੀ ਕੀਤੀ, ਮਹਾਰਾਜ ਰੋਣਾ ਕਿਉਂ ਨਹੀਂ ਹੈ? ਕੋਈ ਵੀ ਸੰਸਾਰੀ ਤੌਰ ਤੇ ਘਰ ਵਿੱਚੋਂ ਜੀਵ ਚਲਾ ਜਾਏ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਅੱਖਾਂ ਵਿੱਚ ਰੋਣਾ ਨਾ ਆਵੇ। ਮਹਾਰਾਜ ਭਾਵੇਂ ਕੋਈ ਸਰੀਰ ਕਰਕੇ ਵਿਰਧ ਹੋ ਕੇ ਜਾਵੇ, ਐ ਨਹੀਂ ਹੋ ਸਕਦਾ ਕਿ ਕਿਸੇ ਨੂੰ ਹੰਝੂ ਨਾ ਆਉਣ, ਕੋਈ ਬੰਦਾ ਨਾ ਰੋਵੇ। ਮਹਾਰਾਜ ਰੋਣਾ ਤਾਂ ਰੋਕਿਆ ਨਹੀਂ ਜਾ ਸਕਦਾ। ਸਤਿਗੁਰਾਂ ਬਚਨ ਕਿਹਾ, ਭਾਈ 2 ਤਰ੍ਹਾਂ ਦਾ ਰੋਣਾ ਹੈ। ਇੱਕ ਪਾਤਸ਼ਾਹ ਨੇ ਕਿਹਾ ਉਹ ਰੋਣਾ ਜਿਹੜਾ ਕਿਸੇ ਜੀਵ ਦੇ ਵਿਛੋੜੇ ਉੱਤੇ ਹਰ ਬੰਦੇ ਦੇ ਮਨ ਦੇ ਅੰਦਰ ਵਿਰਾਗ ਪੈਦਾ ਹੁੰਦਾ, ਉਹਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ। ਇੱਕ ਰੋਣਾ ਹਜ਼ੂਰ ਨੇ ਕਿਹਾ ਰੱਬ ਨਾਲ ਲੋਕ ਰੋਸ ਕਰਦੇ ਨੇ ਕਿ ਰੱਬਾ ਆ ਤੂੰ ਚੰਗਾ ਨਹੀਂ ਕੀਤਾ, ਰੱਬਾ ਤੂੰ ਬਹੁਤ ਮਾੜਾ ਕੀਤਾ। ਪਾਤਸ਼ਾਹ ਕਹਿੰਦੇ ਬਸ ਰੱਬ ਨਾਲ ਰੋਸ ਨਹੀਂ ਕਰਨਾ, ਉਹ ਰੋਣਾ ਪ੍ਰਵਾਨ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ। ਤਾਂ ਪਾਤਸ਼ਾਹ ਨੇ ਕਿਹਾ, ਭਾਈ ਰੋ ਕੇ ਰੱਬ ਨਾਲ ਰੋਸ ਨਾ ਕਰਿਓ। ਉੰਜ ਅੱਖਾਂ ਵਿੱਚ ਹੰਝੂ ਆਉਣੇ, ਮਨ ਵਿੱਚ ਵਿਰਾਗ ਆਉਣਾ, ਇਹ ਸਾਧ ਸੰਗਤ ਕੁਦਰਤ ਦੀ ਪ੍ਰਕਿਰਿਆ ਹੈ। ਇਹ ਤਾਂ ਜੀਵ ਜੰਤੂਆਂ ਦੇ ਅੰਦਰ ਵੀ ਮੋਹ ਰੱਬ ਨੇ ਪੈਦਾ ਕੀਤਾ। ਤਾਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਰੱਬ ਨਾਲ ਰੋਸ ਨਾ ਕਰਿਓ। ਮਤ ਮੈਂ ਪਿੱਛੇ ਕੋਈ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਫਿਰ ਪਰਿਵਾਰ ਵਾਲਿਆਂ ਕਿਹਾ, ਮਹਾਰਾਜ ਕਰਨਾ ਕੀ ਹੈ? ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਸ ਵਕਤ ਕਿਹਾ ਉਹ ਮਰਿਆਦਾ ਬਣ ਗਈ। ਅੱਜ ਆਪਾਂ ਉਹ ਨਿਭਾਉਣ ਵਾਸਤੇ ਬੈਠੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ, ਅੰਤੇ ਸਤਿਗੁਰ ਬੋਲਿਆ,
मैं पिछे कीर्तन करियो निर्वाण जियो, किसो गोपाल पंडित सद्यो, हर हर कथा पढ़े पुराण जियो। पातशाह कहते भाई संगति रूप विच गुरमुखां नूं सद्यो, वह के रब दे हुक्म दी विचार करियो, अकाल पुरख दी बाणी दी कीर्ति करियो, उस विछड़ी हुई आत्मा लई अरदास करनी ते साध संगत ते साडी मर्यादा है। क्योंकि अकाल पुरख रब ने चरनां विच तुसीं कोई भी दृष्टमान चीज नहीं भेज सकते। ये दुनियावी तौर ते सेवा विच कोई बिस्तरा कोई होर भांडे दिते जा सकते हैं गुरुद्वारे, पर साध संगत वो बिस्तरा भांडे बर्तन जो कुछ भी है आपां कहिए जीव आत्मा दे मगर दरगाह विच इस तरह कोई पदार्थ नहीं भेजा जा सकता। इक्को चीज जो जीव आत्मा नूं सहाई हुंदी है वो कीती हुई संगत दी अरदास, जिहड़ी अज आपां अरदास करन वास्ते बैठे। अरदास कोई फॉर्मैलिटी नहीं है, अरदास आत्मा नूं सहायता करदी। जिथे किसी दी पहुंच नहीं उत्थे साध संगत अरदास काम करदी है। अकाल पुरख वाहिगुरू दे चरनां विच कीती हुई अरदास जीव आत्मा नूं सहायता दिंदी है। और सतगुर दी पढ़ी हुई बाणी आपां जिन्ने शरीरक तौर ते परिवार विच बैठे ये बाणी अपना सहारा बनती है। सतगुरु गुरु अमरदास महाराज जी ने जो मर्यादा दिती अज आपां निभाउण वास्ते बैठे। सतगुरु गुरु ग्रंथ साहिब महाराज दी बाणी दी विचार सुनियो हुण। हुक्म दी विचार की है? दुनिया विच मौत एक तरह की नहीं है, मौत ही पर उहदे रूप वखरे वखरे। अकाल पुरख वाहिगुरू जी दा हुक्म भाणा जदों वरतदा है, हर बंदे नूं साध संगत दुनियावी तौर ते विछोड़े दा दुख है। एक विछोड़ा एक दुख भूख, पर जिन्ना जिन्ना किसी दा संबंध हुंदा है उन्ना उन्ना मन नूं दुख हुंदा है। तुसीं रोज़ अखबारां विच टैलीविजन विच पढ़दे सुणदे हो, वेखदे हो साध संगत अज जिहड़ी बीमारी हुण भयानक चली है, तुसीं वेख्या इस बीमारी नाल एक घर दे 3-3 5-5 जीवी कई थावां ते मुक गए। आपां किसी दी खबर सुन के रोए, टैलीविजन विच कोई किसी दी खबर वेख के रोंदा है, किसी दे मरण दी खबर सुन के किसी नूं रोना नहीं। ये ठीक है, अपने चेते आउंदे ने, मन दे अंदर दुख ते विराग जरूर है, पर माफ करियो किसी दे जाण दा दुख उहनूं ही हुंदा जिहदा घर विचों जांदा है, जिहदे परिवार दा जी जांदा है उहनूं ज़्यादा दुख महसूस हुंदा है। हर बंदे नूं अपना अपना दुख वड्डा लगदा है, पर साध संगत श्री गुरु ग्रंथ साहिब महाराज दी बाणी ने बचन कहे, हे भाई सुर तुच्ची करके वेखी, फिर तैनूं समझ आएगी तेरा दुख वड्डा नहीं, लोग तेरे नालों भी दुखी पए। तेरा दुख तो बहुत छोटा है, संसार विच भाणा बहुत वड्डे तो वड्डा वापर जांदा। संसारी तौर ते एक विछोड़ा एक दुख भूख, एक दुख सकत वार जम दूत, घर विचों कोई शरीर बिरध होके भी जावे ओदे जाण दा भी दुख हुंदा है। ऐ नहीं आपां कह सकदे नहीं जी बंदे ने अपनी उम्र भोग लई है हुण काहदा दुख है। नहीं, 80 साल दी उम्र भोग के भी बंदा चला जाए तां भी परिवार वालियां नूं ओदे जाण दा दुख हुंदा है। मैं कई बार साध संगत 60-60 साल दी उम्र दे बंदे अपने मां प्यो दे जान उत्ते 90-90 साल दा प्यो होके मुके, 90 साल दी उम्र दे प्यो दे जान तो बाद भी 60 साल दी उम्र दीयां धीयां पुत धाहां मार के रोंदे। हुण उन्हां दा रोना साध संगत क्यों? जिस दा कोई अपना जांदा है, भावें वो वड्डी उम्र दा होवे भावें छोटी उम्र दा, हर बंदे नूं दुख हुंदा है। पातशाह ने कहा भाई विछोड़ा एक दुख है, वो छोटी उम्र विच भी है वो वड्डी उम्र विच भी है। जिस उम्र विच भी कोई जावे अपने दा आपो अपना सब नूं दुख है। हजूर ने बाणी अंदर बचन कहे, मैं जानिया दुख मुझको दुख सभाया जग। हर बंदा वेखदा मेरा दुख वड्डा है, पर जदों सुरत उच्ची करके वेखोगे उदों समझ आएगा मेरा दुख इन्ना वड्डा नहीं, मेरे तो वड्डे भी लोग दुखी पे। मैं जानिया दुख मुझको दुख समाया जग, उच्चे चढ़ के देखिया तां घर घर इहां अग। सुरत उच्ची करके वेखो तुहानूं सारा संसार दुखी नजर आए। है मौत ही,
ਪਰ ਇਹਦੇ ਰੂਪ ਵੱਖਰੇ ਵੱਖਰੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਇਸ ਤਰ੍ਹਾਂ ਦੀਆਂ ਮੌਤਾਂ ਵੀ ਆਉਂਦੀਆਂ ਨੇ ਜਿੱਥੇ ਸਾਧ ਸੰਗਤ ਸੰਸਕਾਰ ਕਰਨ ਦਾ ਪਰਿਵਾਰ ਨੂੰ ਹੁਕਮ ਨਹੀਂ ਹੈ। ਆ ਤੁਸੀਂ ਕਰੋਨਾ ਕਾਲ ਵਿੱਚ ਹੁਣ ਵੇਖਿਆ ਸਭ ਕੁਝ ਹੋਣ ਦੇ ਬਾਵਜੂਦ ਪਰਿਵਾਰ ਵਾਲਿਆਂ ਨੂੰ ਸਰੀਰ ਦੇ ਨੇੜੇ ਜਾਣ ਦਾ ਅਧਿਕਾਰ ਨਹੀਂ ਹੈ। ਪਰਿਵਾਰ ਵਾਲਿਆਂ ਨੂੰ ਮੂੰਹ ਵੇਖਣ ਦਾ ਹੁਕਮ ਨਹੀਂ ਹੋਇਆ। ਪਰਿਵਾਰ ਵਾਲਿਆਂ ਨੂੰ ਸੰਸਕਾਰ ਕਰਨ ਦਾ ਹੁਕਮ ਨਹੀਂ ਹੋਇਆ। ਇਸ ਤਰ੍ਹਾਂ ਦਾ ਇੱਕ ਪਰਿਵਾਰ ਥੋੜੇ ਸਾਲ ਪਹਿਲਾਂ ਘਟਨਾ ਘਟੀ। ਉਹ ਸੱਜਣ ਹੁਣ ਸਿਟੀ ਵਿੱਚ ਵੱਡੇ ਅਹੁਦੇ ਤੇ ਇੰਸਪੈਕਟਰ ਹੈ। ਸਾਧ ਸੰਗਤ ਉਹਦਾ ਪਿਓ ਪਿੰਡ ਤੋਂ ਉਹਨੂੰ ਸ਼ਹਿਰ ਮਿਲਣ ਗਿਆ। ਉਦੋਂ ਉਹਦੀ ਕਿਲੇ ਵਿੱਚ ਡਿਊਟੀ ਸੀ ਫਲੋਰ। ਜਦੋਂ ਉਹ ਬਜ਼ੁਰਗ ਮਿਲਣ ਵਾਸਤੇ ਗਿਆ, ਬੱਸ ਤੋਂ ਉਤਰ ਕੇ ਉਹ ਚੌਂਕ ਕ੍ਰਾਸ ਕਰਨ ਲੱਗਾ ਫਲੋਰ, ਅਚਾਨਕ ਉਸ ਜਗ੍ਹਾ ਉੱਤੇ ਦੂਜੇ ਪਾਸਿਓਂ ਵੱਡੀ ਗੱਡੀ ਆਈ। ਡਰਾਈਵਰ ਨੇ ਵੇਖਿਆ ਨਹੀਂ, ਫੇਟ ਵੱਜੀ। ਉਸੇ ਜਗ੍ਹਾ ਤੇ ਉਹ ਬਜ਼ੁਰਗ ਦਾ ਐਕਸੀਡੈਂਟ ਹੋਇਆ, ਥਾਂ ਉੱਤੇ ਮੌਤ ਹੋ ਗਈ। ਲੋਕ ਇਕੱਠੇ ਹੋਏ, ਉਹ ਟਰੱਕ ਵਾਲਾ ਭੱਜ ਗਿਆ। ਰੌਲਾ ਪੈ ਗਿਆ ਜੀ ਕੋਈ ਬੰਦਾ ਗੱਡੀ ਥੱਲੇ ਆ ਕੇ ਮਰ ਗਿਆ। ਲੋਕ ਇਕੱਠੇ ਹੋਏ, ਪੁਲਿਸ ਬੁਲਾ ਲਈ ਤੇ ਜਦੋਂ ਉਹ ਬਜ਼ੁਰਗ ਦੀ ਲਾਸ਼ ਨੂੰ 2-2.5 ਘੰਟਿਆਂ ਬਾਅਦ ਪੁਲਿਸ ਵਾਲੇ ਲੈ ਗਏ। ਸਾਧ ਸੰਗਤ ਤੋਂ ਉਸ ਬਜ਼ੁਰਗ ਦੇ ਪਰਸ ਵਿੱਚ ਕੋਈ ਐਡਰੈਸ, ਕੋਈ ਫੋਨ ਨੰਬਰ ਨਹੀਂ ਸੀ ਕਿ ਉਹ ਬਜ਼ੁਰਗ ਨਾ ਕੋਈ ਫੋਨ ਰੱਖਦਾ ਸੀ। ਉਹਨਾਂ ਨੇ ਉਹ ਲਾਸ਼ ਸਿਵਲ ਹਸਪਤਾਲ ਫਲੋਰ ਉੱਥੇ ਜਮ੍ਹਾਂ ਕਰਾ ਦਿੱਤੀ। ਉਹਦਾ ਪੋਸਟਮਾਰਟਮ ਹੋ ਗਿਆ। 5-6 ਦਿਨ ਉਡੀਕਦੇ ਰਹੇ। ਉਸੇ ਸ਼ਾਮ ਨੂੰ ਜਿਸ ਉਹ ਲੜਕੇ ਦੇ ਪਿਓ ਦਾ ਐਕਸੀਡੈਂਟ ਹੋਇਆ, ਉਹ ਖੁਦ ਪੁਲਿਸ ਵਿੱਚ। ਸਾਧ ਸੰਗਤ ਤੋਂ ਸ਼ਾਮਾਂ ਨੂੰ ਆਪਣੇ ਪਿੰਡ ਆਇਆ। ਜਦੋਂ ਰਾਤ ਨੂੰ ਘਰ ਪਹੁੰਚਿਆ, ਉਹਦਾ ਵੱਡਾ ਭਰਾ ਕਹਿੰਦਾ ਬਾਪੂ ਜੀ ਤਾਂ ਤੇਰੇ ਕੋਲ ਗਏ। ਉਹ ਕਹਿੰਦਾ ਮੇਰੇ ਕੋਲ ਪਹੁੰਚੇ ਨਹੀਂ। ਉਸੇ ਵਕਤ ਉਹਨਾਂ ਭੱਜ ਨੱਠ ਕੀਤੀ। 3 ਉਹਨਾਂ ਦੀਆਂ ਭੈਣਾਂ ਸਨ। ਉਹ ਭੈਣਾਂ ਦੇ ਪਿੰਡ ਗਏ, ਰਿਸ਼ਤੇਦਾਰੀ 'ਚ ਫੋਨ ਕੀਤੇ। 3-4 ਦਿਨ ਉਹ ਲੱਭਦੇ ਰਹੇ, ਆਲੇ ਦੁਆਲੇ ਫਲੋਰ ਦੇ ਨੇੜੇ ਘੁੰਮਦੇ ਰਹੇ, ਪਰ ਉਹਨਾਂ ਬੰਦਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਸਾਡੇ ਬਾਪੂ ਦੀ ਲਾਸ਼ ਇਸੇ ਹਸਪਤਾਲ ਵਿੱਚ। ਇੱਥੋਂ ਤੱਕ ਉਹ 5 ਦਿਨ ਲਾਸ਼ ਉਹਨਾਂ ਹਸਪੀਟਲ ਵਿੱਚ ਰੱਖੀ। 5-6 ਦਿਨਾਂ ਬਾਅਦ ਉਹਨੇ ਆਪਣੇ ਹਿਸਾਬ ਨਾਲ ਸਾਧ ਸੰਗਤ 174 ਦੀ ਜੋ ਕਾਰਵਾਈ ਬਣਦੀ ਸੀ ਉਹ ਕਰਕੇ ਉਹ ਬਜ਼ੁਰਗ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ। ਜਦੋਂ 5-6 ਦਿਨਾਂ ਬਾਅਦ ਲੱਭਣ ਤੋਂ ਬਾਅਦ ਪਰਿਵਾਰ ਵਾਲਿਆਂ ਅਖਬਾਰ ਵਿੱਚ ਕਢਾਇਆ। ਕਈ ਦਿਨਾਂ ਬਾਅਦ ਕਿਸੇ ਨੇ ਫੋਟੋ ਵੇਖ ਕੇ ਉਹਨਾਂ ਨੂੰ ਸੁਨੇਹਾ ਦਿੱਤਾ, ਕਹਿੰਦੇ ਭਾਈ ਇੱਕ ਬਜ਼ੁਰਗ ਦੀ ਲਾਸ਼ ਦਾ ਸੰਸਕਾਰ ਹੋਇਆ, ਉੱਥੇ ਪਤਾ ਕਰੋ। ਉਹਨਾਂ ਨੇ ਉਹ ਬਜ਼ੁਰਗ ਦੀਆਂ ਫੋਟੋਆਂ ਖਿੱਚ ਕੇ ਰੱਖੀਆਂ ਸਨ। ਸਾਧ ਸੰਗਤ 8-10 ਦਿਨਾਂ ਬਾਅਦ ਉਹਨਾਂ ਨੂੰ ਪਤਾ ਲੱਗਾ ਸਾਡੇ ਬਜ਼ੁਰਗ ਦੀ ਲਵਾਰਸ ਕਰਕੇ ਲਾਸ਼ ਦਾ ਸੰਸਕਾਰ ਕਰ ਦਿੱਤਾ। ਮਾਫ ਕਰਿਓ, ਇੱਕ ਪੁੱਤਰ, ਉਹਦੇ ਦੋਵੇਂ ਪੁੱਤਰ ਸਰਕਾਰੀ ਨੌਕਰੀ ਕਰ, ਇੱਕ ਪੋਸਟ ਆਫਿਸ ਵਿੱਚ ਹੈ, ਇੱਕ ਪੁਲਿਸ ਵਿੱਚ ਹੈ। ਨੇੜੇ ਨੇੜੇ ਘੁੰਮਦੇ ਰਹੇ। ਪਿਓ ਦਾ ਮੂੰਹ ਵੇਖਣਾ ਭਾਗਾਂ ਵਿੱਚ ਨਹੀਂ, ਸੰਸਕਾਰ ਕਰਨਾ ਭਾਗਾਂ ਵਿੱਚ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦਾ ਹੁਕਮ, ਉਹਦੇ ਹੁਕਮ ਦੇ ਅੰਦਰ ਸਾਧ ਸੰਗਤ ਇਦਾਂ ਦੀ ਘਟਨਾ ਵੀ ਘਟ ਜਾਂਦੀ। ਸਭ ਕੁਝ ਹੋਣ ਦੇ ਬਾਵਜੂਦ ਤੁਸੀਂ ਸੰਸਕਾਰ ਹੀ ਨਹੀਂ ਕਰ ਸਕਦੇ। ਸਭ ਕੁਝ ਹੋਣ ਦੇ ਬਾਵਜੂਦ ਤੁਸੀਂ ਮੂੰਹ ਨਹੀਂ ਵੇਖ ਸਕਦੇ। ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਹੈ। ਉਹ ਅੱਜ ਬੰਦਾ ਇੰਸਪੈਕਟਰ ਦੇ ਅਹੁਦੇ ਤੇ ਹੈ। ਜਦੋਂ ਮਿਲਦਾ ਸਾਧ ਸੰਗਤ, ਉਹਦੇ ਪਿਤਾ ਦੀ ਗੱਲ ਕਰੀ ਅੱਖਾਂ ਭਰ ਲੈਂਦਾ। ਉਹ ਕਹਿੰਦਾ ਭਾਈ ਸਾਹਿਬ, ਅਸੀਂ ਭਾਵੇਂ ਕਿਸੇ ਵੀ ਪੋਸਟ ਤੇ ਪਹੁੰਚ ਜਾਈਏ, ਇੱਕ ਦੁੱਖ ਮੇਰੇ ਮਨ ਵਿੱਚ ਰਹਿਣਾ, ਜਿਹੜੇ ਪਿਓ ਨੇ ਮਿਹਨਤ ਕਰਕੇ ਮੈਨੂੰ ਅਫਸਰ ਬਣਾਇਆ, ਮੈਂ ਆਪਣੇ ਪਿਓ ਦਾ ਹੱਥੀਂ ਸੰਸਕਾਰ ਨਹੀਂ ਕਰ ਸਕਿਆ। ਮੈਂ ਆਪਣੇ ਪਿਓ ਦਾ ਅੰਤ ਵੇਲੇ ਮੂੰਹ ਨਹੀਂ ਵੇਖ ਸਕਿਆ। ਸਾਧ ਸੰਗਤ, ਇਹ ਸੰਸਾਰ ਵਿੱਚ ਵੱਡੇ ਤੋਂ ਵੱਡਾ ਗਮ ਹੈ ਮੌਤ ਹੀ। ਇਸ ਤਰ੍ਹਾਂ ਦੀ ਵੀ ਘਟਨਾ ਤੁਸੀਂ ਵੇਖੀ ਹੋਣੀ ਹੈ। ਕਈ ਵਾਰ ਭਰ ਜਵਾਨੀ ਵਿੱਚ ਕੋਈ ਸ਼ਰੀਰ ਚਲਾ ਜਾਏ, ਉਹ ਪਰਿਵਾਰ ਵਾਲਿਆਂ ਨੂੰ ਇੰਨਾ ਗਹਿਰਾ ਸਦਮਾ ਦੇ ਜਾਂਦਾ ਹੈ। ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਮੈਂ ਪਾਗਲ ਹੁੰਦੇ ਵੇਖੇ। ਸਾਧ ਸੰਗਤ, ਇਟਲੀ ਵਿੱਚ ਮਾਲਟਾ ਕਾਂਡ ਹੋਇਆ 1996 ਵਿੱਚ। ਕੁਝ ਨੌਜਵਾਨ ਇਟਲੀ ਨੂੰ ਜਾਂਦਿਆਂ ਰਾਹ ਸਮੁੰਦਰ ਵਿੱਚ ਡੁੱਬ ਗਏ। ਉਸ ਤੋਂ ਬਾਅਦ ਉਹ ਪਰਿਵਾਰਾਂ ਦੀ ਹਾਲਾਤ ਵੇਖਿਓ ਕਿਸ ਤਰ੍ਹਾਂ ਦੀ ਹੋਈ। ਇੱਕ ਪਰਿਵਾਰ ਸਾਡੇ ਨਗਰ ਤੋਂ ਰਿਹਾ, ਉਹ ਮਾਈ ਵਿਚਾਰੀ ਪੁੱਤ ਨੂੰ ਚੇਤੇ ਕਰ ਕਰਕੇ ਪਾਗਲ ਹੋ ਗਈ। ਜਦੋਂ ਕਿਸੇ ਲੜਕੇ ਨੂੰ ਵੇਖਣਾ, ਉਹਨੇ ਪਿੱਛੋਂ ਕਹਿਣਾ ਉਹ ਮੇਰਾ ਬਿੱਟੂ ਜਾਂਦਾ ਹੈ। ਉਸ ਤਰ੍ਹਾਂ ਦੇ ਕੱਪੜੇ ਉਹਦੇ ਧਿਆਨ ਵਿੱਚ ਸੀ, ਐਦਾਂ ਦੇ ਰੰਗ ਦੀ ਸ਼ਰਟ ਮੇਰਾ ਪੁੱਤਰ ਪਾਉਂਦਾ। ਕਿਸੇ ਦੀ ਸ਼ਰਟ ਵੇਖ ਕੇ ਉਹਨੇ ਪਿੱਛੋਂ ਆਵਾਜ਼ਾਂ ਮਾਰਨੀਆਂ। ਅਖੀਰ ਤੱਕ ਵਿਚਾਰੀ ਪਾਗਲਾਂ ਵਾਲੀ ਹਾਲਤ ਵਿੱਚ ਹੋ ਕੇ ਦੁਨੀਆ ਤੋਂ ਗਈ, ਪਰ ਪੁੱਤ ਨਹੀਂ ਮਿਲਿਆ। ਸਾਧ ਸੰਗਤ, ਇਹ ਦੁਨੀਆ ਵਿੱਚ ਗਹਿਰੇ ਤੋਂ ਗਹਿਰੇ ਸਦਮੇ। ਹਰ ਬੰਦੇ ਨੂੰ ਆਪਣਾ ਦੁੱਖ ਵੱਡਾ ਲੱਗਦਾ ਹੈ,
ਪਰ ਪਾਤਸ਼ਾਹ ਨੇ ਕਿਹਾ ਸੁਰਤ ਉੱਚੀ ਕਰਕੇ ਵੇਖ, ਜਦੋਂ ਗੁਰੂ ਦੀ ਬਾਣੀ ਨਾਲ ਜੁੜੇਗਾ ਤੇਰੇ ਅੰਦਰੋਂ ਸਿਰਫ ਸ਼ੁਕਰਾਨਾ ਨਿਕਲੇਗਾ, ਰੱਬ ਨਾਲ ਕਦੇ ਰੋਸ ਨਹੀਂ ਕਰੇਗਾ। ਤਾਈਓ ਪਾਤਸ਼ਾਹ ਨੇ ਕਿਹਾ ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ, ਅਖੀਰ ਤੇ ਕਿਹਾ ਬਿਰਦ ਭਇਆ ਉਪਰ ਸਾਕ ਸੈਨ, ਮੁਖ ਭਿਆਓ ਬੈਠ ਕੋ ਦੈਨ, ਰੱਬ ਦਾ ਸ਼ੁਕਰ ਕਰੀ ਤੇਰਾ ਸਰੀਰ ਬੁੱਢਾ ਹੋਇਆ, ਤੈਨੂੰ ਰੱਬ ਨੇ ਪੁੱਤਰ ਧੀਆਂ ਪੋਤੇ ਦੋਤੇ ਦਿੱਤੇ ਨੇ, ਤੇਰੀ ਸੇਵਾ ਕਰਦੇ ਨੇ, ਤੇਰਾ ਅੰਤਮ ਸਮਾਂ ਸੰਭਾਲਣ ਲਈ ਬੈਠੇ ਨੇ, ਰੱਬ ਦਾ ਸ਼ੁਕਰਾਨਾ ਕਰ। ਲੱਖਾਂ ਲੋਕਾਂ ਦੀ ਮੌਤ ਬਿਰਧ ਆਸ਼ਰਮ ਵਿੱਚ ਹੋ ਜਾਂਦੀ ਹੈ, ਕੋਈ ਸੰਭਾਲਣ ਵਾਲਾ। ਇਸ ਲਈ ਸਾਧ ਸੰਗਤ ਜਦੋਂ ਆਪਾਂ ਉਸ ਐਂਗਲ ਤੋਂ ਸੋਚਾਂਗੇ ਫਿਰ ਰੱਬ ਨਾਲ ਰੋਸ ਨਹੀਂ ਨਿਕਲੇਗਾ। ਹਾਂ, ਉਂਝ ਹਰ ਬੰਦੇ ਦੇ ਜਾਣ ਦਾ ਪਰਿਵਾਰ ਨੂੰ ਦੁੱਖ ਹੁੰਦਾ ਹੈ। ਸਰੀਰ ਭਾਵੇਂ ਬੁੱਢਾ ਹੋ ਕੇ ਵੀ ਦੁਨੀਆ ਤੋਂ ਜਾਵੇ, ਆਪਾਂ ਐ ਨਹੀਂ ਕਹਿ ਸਕਦੇ ਫਿਰ ਕੀ ਹੋਇਆ ਜੀ ਬੰਦਾ ਸਿਆਣਾ ਸੀ, ਲੋਕ ਕਹਿ ਸਕਦੇ ਨੇ, ਪਰ ਜਿਨ੍ਹਾਂ ਧੀਆਂ ਦਾ ਪਿਓ ਸਿਰ ਤੋਂ ਚਲਾ ਜਾਏ ਉਹ ਧੀਆਂ ਕਦੇ ਨਹੀਂ ਕਹਿ ਸਕਦੀਆਂ ਫਿਰ ਕੀ ਹੋਇਆ ਬਾਪੂ ਬਜ਼ੁਰਗ ਸੀ। ਜਿਨ੍ਹਾਂ ਪੁੱਤਰਾਂ ਦਾ ਬਾਪ ਗੁਜ਼ਰ ਜਾਂਦਾ ਹੈ ਉਹ ਕਦੇ ਨਹੀਂ ਕਹਿ ਸਕਦੇ ਫਿਰ ਕੀ ਹੋਇਆ ਬਾਪੂ ਬੁੱਢਾ ਸੀ। ਉਂਝ ਬੰਦਾ ਕਹਿੰਦਾ ਜਿਹਦਾ ਜੀਵਨ ਸਾਥੀ ਚਲਾ ਜਾਏ ਉਹ ਕਦੇ ਵੀ ਨਹੀਂ ਕਹਿ ਸਕਦਾ ਸਾਧ ਸੰਗਤ ਕਿ ਫਿਰ ਕੀ ਹੋਇਆ ਨਾਲ ਦਾ ਹੁਣ ਬੁੱਢਾ ਹੋ ਗਿਆ ਸੀ। ਨਹੀਂ ਸਾਧ ਸੰਗਤ, ਦੁਨੀਆ ਵਿੱਚ ਹਰ ਬੰਦੇ ਨੂੰ ਜਿਉਣ ਨੂੰ ਦਿਲ ਕਰਦਾ। ਸੰਸਾਰੀ ਤੌਰ ਤੇ ਆ ਵਿਚਾਰ ਕਰਿਓ, ਪਾਤਸ਼ਾਹ ਨੇ ਇਤਿਹਾਸ ਵਿੱਚ ਇਹ ਘਟਨਾ ਆਈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੇ ਕੋਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਰਹੇ, 113 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਨੇ ਸੇਵਾ ਵਿੱਚ ਬਤੀਤ ਕੀਤੀ। 125 ਸਾਲ ਦੀ ਉਮਰ ਕੁੱਲ ਬਾਬਾ ਬੁੱਢਾ ਸਾਹਿਬ ਦੀ ਹੋਈ। 125 ਸਾਲ ਇਸ ਧਰਤੀ ਤੇ ਹਯਾਤੀ ਜੀਵਨ ਵਿੱਚ ਜੀਵਨ ਜੀ ਕੇ ਗਏ, ਪਰ ਜਿੱਦਣ 125 ਸਾਲਾਂ ਦੀ ਉਮਰ ਵਿੱਚ ਬਾਬੇ ਬੁੱਢੇ ਨੇ ਸਰੀਰ ਤਿਆਗਿਆ ਨਾ, ਉਦਣ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਸੰਸਕਾਰ ਕਰਨਾ ਸੀ। ਪਾਤਸ਼ਾਹ ਨੂੰ ਪਹਿਲਾਂ ਬੇਨਤੀ ਕੀਤੀ ਸੀ ਬਾਬਾ ਬੁੱਢਾ ਸਾਹਿਬ, ਮਹਾਰਾਜ ਇਸ ਬੁੱਢੇ ਦੀ ਅਰਥੀ ਨੂੰ ਤੁਸੀਂ ਮੋਢਾ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹੁੰਚੇ, ਛੇਵੇਂ ਪਾਤਸ਼ਾਹ ਨੇ ਅਰਥੀ ਨੂੰ ਮੋਢਾ ਦਿੱਤਾ। ਜਦੋਂ ਬਾਬੇ ਬੁੱਢੇ ਦੀ ਲਾਸ਼ ਸਰੀਰ ਚਿਖਾ ਵਿੱਚ ਰੱਖ ਕੇ ਬਾਬੇ ਬੁੱਢੇ ਦੀ ਚਿਖਾ ਨੂੰ ਅੱਗ ਦੇਣ ਲੱਗੇ, ਉਦੋਂ ਛੇਵੇਂ ਪਾਤਸ਼ਾਹ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ। ਕੋਲ ਖਲੋਤੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਤੁਸੀਂ ਤਾਂ ਮੀਰੀ ਪੀਰੀ ਦੇ ਮਾਲਕ ਹੋ, ਮਹਾਰਾਜ ਤੁਸੀਂ ਕਿਉਂ ਰੋ ਪਏ, ਤੁਸੀਂ ਤਾਂ ਗੁਰੂ ਹੋ। ਪਾਤਸ਼ਾਹ ਨਾਲੇ ਬਾਬਾ ਬੁੱਢਾ ਇੰਨੀ ਵੱਡੀ ਉਮਰ ਬਤੀਤ ਕਰਕੇ ਗਿਆ, ਮਹਾਰਾਜ 125 ਸਾਲ ਦੀ ਉਮਰ ਲੰਘਾਈ ਹੈ, ਤੁਸੀਂ ਅੱਜ ਉਹਦੇ ਸੰਸਕਾਰ ਤੇ ਰੋ ਕਿਉਂ ਪਏ। ਛੇਵੇਂ ਪਾਤਸ਼ਾਹ ਨੇ ਇੱਕੋ ਗੱਲ ਕਹੀ, ਕਹਿੰਦੇ ਸਿੱਖੋ ਬਾਬੇ ਬੁੱਢੇ ਦੀ ਉਮਰ ਭਾਵੇਂ 125 ਸਾਲ ਬਤੀਤ ਕਰ ਗਿਆ, ਪਰ ਬਾਬੇ ਬੁੱਢੇ ਦੇ ਜਾਣ ਦਾ ਦੁੱਖ ਬੜਾ ਹੋਇਆ। ਕਹਿੰਦੇ ਮਹਾਰਾਜ ਕਿਉਂ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਉਹ ਹਸਤੀ ਹੈ ਜਿਹਦੇ ਕੋਲ ਕਦੇ ਸਾਡੇ ਜਨਮ ਵਾਸਤੇ ਮਾਂ ਗੰਗਾ ਅਰਦਾਸ ਕਰਾਉਣ ਗਏ। ਇਹ ਬਾਬਾ ਬੁੱਢਾ ਆਮ ਨਹੀਂ। ਪਾਤਸ਼ਾਹ ਨੇ ਬਚਨ ਕਹੇ, 5 ਸਾਲ ਦੀ ਉਮਰ ਹੋਈ ਸਾਡੀ, ਬਾਬੇ ਬੁੱਢੇ ਨੇ ਆਪਣੇ ਹੱਥੀਂ ਕਲਮ ਘੜ ਕੇ ਦਿੱਤੀ ਕਿ ਛੇਵੇਂ ਪਾਤਸ਼ਾਹ ਨੂੰ ਵਿਦਿਆ ਪੜ੍ਹਾਈ ਪੜ੍ਹਨੀ ਆ ਗਈ। ਇਸੇ ਬਾਬੇ ਬੁੱਢੇ ਨੇ ਮੈਨੂੰ ਘੋੜ ਸਵਾਰੀ ਸਿਖਾਈ, ਇਸੇ ਬਾਬੇ ਬੁੱਢੇ ਨੇ ਮੈਨੂੰ ਉਂਗਲ ਪਕੜ ਕੇ ਤੁਰਨਾ ਸਿਖਾਇਆ, ਇਸੇ ਬਾਬੇ ਬੁੱਢੇ ਨੇ ਮੈਨੂੰ ਵਿਦਿਆ ਪੜ੍ਹਨੀ ਲਿਖਣੀ ਸਿਖਾਈ, ਇਸੇ ਬਾਬੇ ਬੁੱਢੇ ਨੇ ਮੈਨੂੰ ਸ਼ਸਤਰ ਵਿਦਿਆ ਸਿਖਾਈ। ਹਰ ਵਕਤ ਬਾਬਾ ਬੁੱਢਾ ਮੈਨੂੰ ਚੰਗੀ ਸਲਾਹ ਦੇਣ ਵਾਲੇ ਅੱਜ ਦੁਨੀਆ ਤੋਂ ਚਲੇ ਗਏ। ਕੋਈ ਕੰਮ ਹੋਣਾ ਪਹਿਲਾਂ ਬਾਬੇ ਬੁੱਢੇ ਕੋਲੋਂ ਜਾ ਕੇ ਪੁੱਛਣਾ। ਸਾਧ ਸੰਗਤ, ਕੋਈ ਕਾਰਜ ਹੋਣਾ ਪਹਿਲਾਂ ਬਾਬੇ ਬੁੱਢੇ ਦੀ ਸਲਾਹ ਛੇਵੇਂ ਪਾਤਸ਼ਾਹ ਨੇ ਲੈਣੀ। ਪਾਤਸ਼ਾਹ ਨੇ ਕਿਹਾ ਅੱਜ ਮੇਰਾ ਯੋਗ ਸਲਾਹਕਾਰ ਚਲਾ ਗਿਆ, ਮੈਨੂੰ ਬਾਬੇ ਬੁੱਢੇ ਦਾ ਘਾਟਾ ਪਿਆ। ਸੱਜਣੋ ਉਮਰ ਭਾਵੇਂ 125 ਸਾਲ ਸੀ, ਪਰ ਬਾਬੇ ਬੁੱਢੇ ਦੇ ਜਾਣ ਦਾ ਘਾਟਾ ਬੜਾ ਪਿਆ। ਇਹ ਸੱਚ ਹੈ ਸਾਧ ਸੰਗਤ। ਹਰ ਬੰਦੇ ਨੂੰ ਪਰਿਵਾਰਕ ਤੌਰ ਤੇ ਜਦੋਂ ਉਹ ਜਾਂਦਾ ਘਾਟਾ ਪੈਂਦਾ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਇਹ ਬੰਦੇ ਨੂੰ ਬਾਅਦ ਵਿੱਚ ਮਹਿਸੂਸ ਹੁੰਦਾ। ਆਪਾਂ ਹਰ ਇੱਕ ਬੰਦਾ ਦੁਨੀਆ ਦੇ ਅੰਦਰ ਦੋ ਰਿਸ਼ਤੇ ਨੇ ਜਿੱਤੋਂ ਤੁਸੀਂ ਕਦੇ ਇਨਕਾਰ ਨਹੀਂ ਕਰ ਸਕਦੇ। ਇਹ ਮੈਂ ਕਈ ਵਾਰ ਲਾਈਵ ਟੈਲੀਵਿਜ਼ਨ ਤੋਂ ਵੀ ਕਥਾ ਕਹੀ। ਹਰ ਬੰਦਾ ਕਹਿ ਸਕਦਾ ਮੇਰੀ ਕੋਈ ਮਾਸੀ ਨਹੀਂ ਹੈ, ਹਰ ਬੰਦਾ ਕਹਿ ਸਕਦਾ ਕਿ ਜੀ ਮੇਰਾ ਕੋਈ ਮਾਮਾ ਨਹੀਂ,
कोई बंदा कह सकता है कि साडी कोई भूआ नहीं, कोई फुफड़ नहीं, कोई मासी, कोई मासड़, कोई मामा मामी नहीं, पर साध संगत दुनिया च कोई बंदा नहीं कह सकता मेरा कोई प्यो नहीं, कोई मां नहीं है। ये रिश्ते दोवें रब ने दिते। हो सकता है मां कली होवे ते मामा ना होवे, हो सकता है प्यो कल्ला ते चाचा ताया कोई ना होवे, पर ऐ नहीं कोई कह सकता मेरा कोई मां प्यो नहीं। ये रिश्ते सीधे रब ने दिते। गुरु ग्रंथ साहिब की बाणी विच सिर्फ दोवां रिश्तियां दा जिक्र आया, गुरदेव माता, गुरदेव पिता, गुरदेव स्वामी परमेश्वरा। गुरु ग्रंथ साहिब की बाणी विच मां ते प्यो दे रिश्ते का जिक्र है। भाई गुरदास साहब ने जिक्र किया, कहंदे ओ भावें ये सच है दुनिया दे लोको कि दुनिया विच फल बड़े होणगे पर अंब वर्गा मिठा फल नहीं। जदों गुरु ग्रंथ साहिब की बाणी पढ़ोगे ना, उदों साहब ने कहा अंब अब्बे थावो मिठड़ा, जिवें सब फलों दे विचों अंब सब तो श्रेष्ठ है, इदां साध संगत सब रिश्तियां विचों अब्बे दा रिश्ता भाव प्यो दा रिश्ता सब तो श्रेष्ठ है। भाई गुरदास साहब ने बचन कहा, कहंदे आंब की सदर कत मिटत आंबली खाए, पिता का प्यार ना परोसी पे पाई है। दुनिया में लख रिश्ते होण, प्यो वर्गा रिश्ता दुनिया च नहीं हो सकता। पता क्यों साध संगत? तुसीं पढ़े लिखे बैठे हो, बंदे नूं कोई दुनियावी तौर ते सहारा संसारी तौर ते वेखो, भावें सारा पिंड कवे बंदा गलत है, पर साध संगत दो रूहां ऐसियां हुंदियां ने ਜਿਹੜੀਆਂ कदे अपने पुੱਤ ਨੂੰ गलत नहीं कहनियां, ਉਹਦੀ गलती उत्ते भी ਉਹਦੇ ਨਾਲ ਖੜਦੀਆਂ ਨੇ। ਉਹ सिर्फ प्यो ते मां खलो सकदे। भाई कह सकदे भरा नाल इदां ही होनी चाहिदी सी, कोई चाचे ताए कह सकदे ਇਹਦੇ ਨਾਲ इदां ही होना चाहिदा सी, पर कदे तुसीं मां ते प्यो दी जुबान तो नहीं सुनोगे। भावें पुੱਤ लख कुपुੱਤ हो जाए, कदे प्यो बुरा होण ते नहीं कहंदा मेरे पुੱਤ ਨਾਲ इदां ही होना चाहिदा सी। वो अपने पुੱਤ ਦਾ ਭਲਾ ਮੰਗਦਾ। ये दुनिया के रिश्ते ने साध संगत। ये जदों शरीर के रिश्ते संसार विचों मां प्यो चले जाण, बंदे नूं कदर बाद विच पता लगदी है। जदों वो प्यो का रिश्ता दुनिया तो बंदा चलिया जांदा है, फिर प्यो का पता लगदा प्यो की हुंदा। सब तो उत्तम रिश्ता है। इत्थों तक श्री गुरु नानक साहब महाराज की उम्र 15 साल की हुई ते पिता मेहता कालू ने एक दिन सारियां दे सामने थप्पड़ मारे। इतिहास कहंदा है सिर्फ 20 रजतपण 20 रुपये गवा दिते। सच्चा सौदा करन दा पुत्र तू कमा के नहीं लिया। गुस्से में आके पिता मेहता कालू ने थप्पड़ मारिया ते गुरु नानक साहब महाराज बोले नहीं, चुपचाप खलोते रहे। शामा नूं भाई मरदाने ने एक गल कही, महाराज तुहानूं गुस्सा नहीं लगा? कहणगे मरदानिया किहड़ी गल दा? कहंदे महाराज बिच गली बाजार दे सारियां दे सामने पिता जी ने तुहाडे थप्पड़ मारे, तुसीं हुण बच्चे थोड़ी हो। महाराज तुहाडे चेहरे ते दाढ़ी आ रही, तुसीं जवानी विच पैर रख रहे हो। ते सब तो वड्डी गल महाराज इस तलवंडी दा नवाब राय बुलार वो तां तुहानूं रब करके पूई। महाराज पंडित हरदयाल तुहानूं गुरु मनदा, वड्डे वड्डे काजी तुहानूं मत्था टेकदे ने, राय बुलार तुहाडे पैरां 'च मत्था टेक के तुहानूं रब मनदा। तुहाडी इन्नी प्रतिष्ठा, इन्ना मान, इन्ना सन्मान, ते महाराज पिता जी ने सारियां दे सामने थप्पड़ मारे, तुहानूं गुस्सा नहीं लगा? ते श्री गुरु नानक साहब महाराज ने जवाब दिता, कहंदे भाई मरदानिया ये ठीक है दुनिया मैनू रब करके मनदी होएगी, ये ठीक है राय बुलार मैनू रब मनदा है, ये ठीक है पंडित हरदयाल मैनू रब मनदा है, ये ठीक है काजी मौलवी भावें मैनू गुरु ते रब कहण। मरदानिया दुनिया जो मर्जी कवे, पिता मेहता कालू ने थप्पड़ मारिया वो मेरा प्यो है, ते प्यो मेरे थप्पड़ मारन दा अधिकार रखदा है। बंदा किसी भी ओहदे ते होवे, प्यो नूं अधिकार है वो पुੱਤ दे कदे भी थप्पड़ मार सकदा है। साध संगत पातशाह ने बचन कह मरदानिया दुनिया बेशक रब कहंदी रवे, अज ये दसना सी ओ दुनिया दे लोकों प्यो दा रिश्ता इन्ना वडियाई ते उचाई वाला है। ये सच है, बंदा भावें रब भी बन जाए, ये याद रखियो प्यो रब दा भी होवे थप्पड़ रब दे भी मार सकदा है। प्यो दा रिश्ता ही इन्ना वड्डा, प्यो साध संगत रब दा भी होवे ते रब दे भी थप्पड़ मार सकदा है। ये प्यो दा अधिकार है। मां ते प्यो दा रिश्ता ही इस तरह दा, ये दुनिया विच वडियाई वाला रिश्ता है।
ਇਹਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਣ ਦਿੱਤਾ ਹੈ। ਪਰ ਸਾਧ ਸੰਗਤ ਹਰ ਬੰਦੇ ਨੂੰ ਆਪਣਾ ਦੁੱਖ ਵੱਡਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ, ਭਾਈ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਇਸ ਧਰਤੀ ਤੇ ਵੱਡੇ ਵੱਡੇ ਰਿਸ਼ੀ ਮੁਨੀ ਅਵਤਾਰੀ ਪੁਰਸ਼ ਆਏ, ਐਦਾਂ ਦਾ ਕੋਈ ਨਹੀਂ ਧਰਤੀ ਤੇ ਜਿਹੜਾ ਦਾਵਾ ਕਰਕੇ ਕਵੇ ਮੈਂ ਨਹੀਂ ਕਦੇ ਜਾਣਾ। ਆਪਾਂ ਤਾਂ ਆਮ ਦੁਨਿਆਵੀ ਬੰਦੇ ਨਾ। ਇਸ ਧਰਤੀ ਤੇ ਵੱਡੇ ਵੱਡੇ ਅਵਤਾਰੀ ਪੁਰਸ਼ ਰਿਸ਼ੀ ਮੁਨੀ ਜਿਨ੍ਹਾਂ ਬੰਦਿਆਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਕੀ ਹੋਣਾ, ਉਹ ਬੰਦੇ ਵੀ ਦੁੱਖ ਤੋਂ ਬਚ ਨਹੀਂ ਸਕੇ। ਆਪਾਂ ਤਾਂ ਹੈ ਹੀ ਕੁਝ। ਸਾਹਿਬ ਨੇ ਕਿਹਾ ਕੌਣ ਹੈ ਭਾਈ ਜਿਹੜਾ ਦੁਖੀ ਨਹੀਂ ਹੋਇਆ। ਇਸ ਧਰਤੀ ਤੇ ਹਰ ਬੰਦੇ ਨੂੰ ਦੁੱਖ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਤ੍ਰੇਤੇ ਦੇ ਅਵਤਾਰ ਰਾਮਚੰਦਰ ਨੂੰ, ਦੁਆਪਰ ਦੇ ਅਵਤਾਰ ਕ੍ਰਿਸ਼ਨ ਨੂੰ, ਪੰਜ ਪਾਂਡਵਾਂ ਨੂੰ, ਇੱਥੋਂ ਤੱਕ ਹਜ਼ੂਰ ਨੇ ਬਚਨ ਕਹੇ ਸਭ ਤੋਂ ਵੱਡਾ ਸ਼ਕਤੀਸ਼ਾਲੀ ਤੇ ਗਿਆਨਵਾਨ ਬੰਦਾ ਰਾਵਣ, ਰਿਧੀਆਂ ਸਿੱਧੀਆਂ ਦਾ ਮਾਲਕ ਪਰਸ਼ੂਰਾਮ, ਜਨਮੇਜੇ ਵਰਗੇ ਰਾਜੇ ਅਜੇ ਵਰਗੇ ਦਾਨੀ ਬੰਦੇ, ਇਸ ਧਰਤੀ ਤੇ ਹਰ ਬੰਦੇ ਨੂੰ ਦੁੱਖ ਦਾ ਸਾਹਮਣਾ ਕਰਨਾ ਪਿਆ। ਪਾਤਸ਼ਾਹ ਨੇ ਬਚਨ ਕਹੇ ਕੌਣ ਹੈ ਭਾਈ ਜਿਹੜਾ ਰੋਇਆ ਨਹੀਂ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ, ਅਜੈ ਸੋ ਰੋਵੇ ਭਿਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦੈਂਸਰ ਲੰਕ ਗਵਾਏ, ਜਿਨ ਸੀਤਾ ਅੰਦੀ ਡੋਰੂ ਵਾਏ, ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ, ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਤੇ ਗੱਲ ਪਤਾ ਕਿੱਥੇ ਨਵੇੜੀ, ਹਜ਼ੂਰ ਕਹਿੰਦੇ ਬਾਲੀ ਰੋਵੇ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਭਾਈ ਸਾਰਾ ਸੰਸਾਰ ਦੁਖੀ ਹੈ। ਜਿਹੜਾ ਸੰਸਾਰ ਵਿੱਚ ਆਇਆ ਉਹਨੂੰ ਦੁੱਖ ਤੇ ਰੋਗ ਔਰ ਮੌਤ ਦਾ ਸਾਹਮਣਾ ਕਰਨਾ ਪਿਆ। ਇੱਕ ਬੜੀ ਰੋਚਕ ਗਾਥਾ ਮੈਂ ਇੱਕ ਵਿਦਿਅਕ ਗ੍ਰੰਥ ਵਿੱਚ ਪੜ੍ਹੀ। 16 ਸਾਲ ਦੀ ਉਮਰ ਵਿੱਚ ਇੱਕ ਰਾਜਕੁਮਾਰ ਦਾ ਪਿਓ ਰਾਜ ਗੱਦੀ ਤੇ ਸੀ, ਉਹ ਚੜ੍ਹਾਈ ਕਰ ਗਿਆ ਤੇ ਸਾਧ ਸੰਗਤ ਉਹਨੂੰ ਤਖਤ ਸਿੰਘਾਸਣ ਮਿਲਿਆ। ਕੁਝ ਸਾਲ ਉਹ ਆਪਣੇ ਮਹਿਲਾਂ ਵਿੱਚੋਂ ਬਾਹਰ ਨਹੀਂ ਨਿਕਲਿਆ, ਰਾਜ ਕਰਨਾ ਸਿੱਖਦਾ ਰਿਹਾ। ਮਹਿਲਾਂ ਦੇ ਅੰਦਰ ਰਹਿ ਕੇ ਮਹਾਂ ਮੰਤਰੀ ਉਹਨੂੰ ਰਾਜ ਗੱਦੀ ਦੀਆਂ ਸਾਰੀਆਂ ਗੱਲਾਂ ਸਮਝਾਈਆਂ, ਰਾਜ ਕਿਵੇਂ ਕਰਨਾ। ਜਦੋਂ ਉਹਦੀ ਉਮਰ 20 ਵਰਿਆਂ ਦੀ ਹੋ ਗਈ, ਉਹ ਜਿਹੜਾ ਰਾਜਾ ਸੀ ਉਹਦਾ ਇਤਿਹਾਸ ਵਿੱਚ ਨਾਮ ਆਇਆ ਬਾਦਸ਼ਾਹ ਸਿਧਾਰਥ। 20 ਸਾਲਾਂ ਦੀ ਉਮਰ ਹੋਈ ਤੇ ਸਾਧ ਸੰਗਤ ਪਹਿਲੀ ਵਾਰ ਉਹ ਮਹਿਲਾਂ ਤੋਂ ਬਾਹਰ ਨਿਕਲਿਆ ਪਰਜਾ ਵੇਖਣ ਵਾਸਤੇ। ਚੌਹਾਂ ਦਿਸ਼ਾਵਾਂ ਵਿੱਚ ਉਹਦਾ ਸਨਮਾਨ ਰੱਖਿਆ ਗਿਆ। ਅੱਜ ਪਹਿਲੀ ਦਿਸ਼ਾ ਵਿੱਚ ਉਹ ਹਾਥੀ ਤੇ ਬੈਠ ਕੇ ਲੋਹ ਲਸ਼ਕਰ ਮੰਤਰੀਆਂ ਨਾਲ ਨਿਕਲਿਆ, ਉਹਦੀ ਜੈ ਜੈਕਾਰ ਹੋਈ, ਫੁੱਲਾਂ ਦੀ ਵਰਖਾ ਹੋਈ। ਮਹਾਂ ਮੰਤਰੀ ਨੇ ਕਿਹਾ ਜੀ ਤੁਹਾਨੂੰ ਮਹਿਲ ਤੋਂ ਬਾਹਰ ਪਰਜਾ ਨੂੰ ਮਿਲਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ ਸਾਡਾ ਬਾਦਸ਼ਾਹ ਹੈ ਤੇ ਤੁਹਾਨੂੰ ਪਤਾ ਲੱਗਿਆ ਮੇਰਾ ਰਾਜ ਹੈ, ਮੇਰੀ ਪਰਜਾ ਹੈ। ਜਦੋਂ ਪਹਿਲੀ ਵਾਰ ਬਾਹਰ ਨਿਕਲਿਆ ਉਹਨੇ ਮਹਿਲ ਤੋਂ ਬਾਹਰ ਦੀ ਦੁਨੀਆ ਵੇਖੀ ਤੇ ਉਹਦੀ ਨਜ਼ਰ ਵਿੱਚ ਸਾਰੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ, ਸਨਮਾਨ ਕਰ ਰਹੇ। ਅਚਾਨਕ ਉਹਦੀ ਨਜ਼ਰ ਪਈ, ਇੱਕ ਬੰਦਾ ਡੰਡੇ ਦਾ ਆਸਰਾ ਲੈ ਕੇ ਬੜੀ ਮੁਸ਼ਕਲ ਨਾਲ ਖੜਾ ਹੈ, ਉਹਦੇ ਸਰੀਰ ਦਾ ਕੁੱਬ ਨਿਕਲਿਆ ਹੋਇਆ ਹੈ। ਉਹ ਰਾਜੇ ਨੇ ਵੇਖ ਕੇ ਮਹਾਂ ਮੰਤਰੀ ਨੂੰ ਕਿਹਾ ਉਹ ਬੰਦੇ ਨੂੰ ਕੀ ਹੋਇਆ? ਤੇ ਮਹਾਂ ਮੰਤਰੀ ਨੇ ਕਿਹਾ ਜੀ ਹੋਇਆ ਕੁਝ ਨਹੀਂ, ਉਹ ਬੰਦਾ ਬੁੱਢਾ ਹੋ ਗਿਆ। ਕਹਿਣ ਲੱਗਾ ਬੁੱਢਾ ਹੋ ਕੇ ਇਸ ਤਰ੍ਹਾਂ ਹੋ ਜਾਈਦਾ? ਕਹਿਣ ਲੱਗਾ ਹਾਂ ਬਾਦਸ਼ਾਹ ਸਲਾਮਤ। ਜਦੋਂ ਸਰੀਰ ਬੁੱਢਾ ਹੋ ਜਾਂਦਾ ਉਦੋਂ ਸਰੀਰ ਵਿੱਚ ਬਲ ਤਾਕਤ ਨਹੀਂ ਰਹਿੰਦੀ, ਸਰੀਰ ਦਾ ਕੁੱਬ ਨਿਕਲ ਜਾਂਦਾ ਹੈ। ਇਹ ਸਰੀਰ ਨੂੰ ਡੰਡੇ ਦੇ ਆਸਰੇ ਨਾਲ ਤੁਰਨਾ ਪੈਂਦਾ ਹੈ। ਤੇ ਉਹ ਬਾਦਸ਼ਾਹ ਸਿਧਾਰਥ ਪੁੱਛਦਾ ਕਹਿੰਦਾ ਕਿੰਨੀ ਕੁ ਉਮਰ ਹੋਏਗੀ? ਮਹਾਂ ਮੰਤਰੀ ਨੇ ਕਿਹਾ ਜੀ ਕੋਈ 70-80 ਵਰਿਆਂ ਦਾ ਹੋਣਾ ਬਜ਼ੁਰਗ। ਤੇ ਉਹ ਰਾਜਾ ਬੋਲਿਆ, ਉਹ ਕਹਿੰਦਾ ਮੇਰੀ ਉਮਰ 20 ਵਰਿਆਂ ਦੀ ਹੈ। ਇਹਦਾ ਮਤਲਬ ਮਹਾਂ ਮੰਤਰੀ 50-60 ਸਾਲਾਂ ਬਾਅਦ ਮੈਂ ਵੀ ਉਸ ਬਜ਼ੁਰਗ ਦੀ ਤਰ੍ਹਾਂ ਬਲਹੀਣ ਹੋ ਜਾਵਾਂਗਾ, ਮੈਨੂੰ ਵੀ ਡੰਡੇ ਨਾਲ ਤੁਰਨਾ ਪੈਣਾ ਹੈ। ਮਹਾਂ ਮੰਤਰੀ ਨੇ ਕਿਹਾ ਬਾਦਸ਼ਾਹ ਸਲਾਮਤ, ਖੁਦਾ ਕਰੇ ਤੁਹਾਡੀ ਉਮਰ ਲੰਬੀ ਹੋਵੇ, ਪਰ ਇਹ ਸੱਚ ਹੈ ਬੁੱਢਾ ਹੋ ਕੇ ਬੰਦਾ ਇਸ ਤਰ੍ਹਾਂ ਕਮਜ਼ੋਰ ਹੋ ਜਾਂਦਾ। ਉਹਦੇ ਮਨ ਦੇ ਅੰਦਰ ਵਿਚਾਰ ਚੱਲ ਪਏ, ਬੜਾ ਵਿਚਾਰਬੰਦ ਬਾਦਸ਼ਾਹ ਸੀ। ਵਾਪਸ ਆ ਕੇ ਮਹਿਲਾਂ ਵਿੱਚ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਆਪ ਨਾਲ ਗੱਲਾਂ ਕਰ ਕਹਿੰਦਾ ਕਾਹਦਾ ਮਾਣ ਹੈ ਓਏ, 50-60 ਸਾਲਾਂ ਬਾਅਦ
तेरी हाल तो बुढ़े वर्गी हो जानी है, फिर तू घोड़ियां हाथियां ते बहन दे उत्ते योग नहीं रहना, तैनू डंडे नाल तुरना पैना। अपने आप नाल गल्लां करियां ते उदास हो गया। अगले दिन ओदी दूजी दिशा विच परजा विच जाना सी। बड़ा मान सन्मान फुल्लां दी बरखा होई। अचानक ओदी नजर पई, उन्हें एक बंदा वेख्या जिन्हों दो बंदे फड़ के खड़े ने। उन्हें वेख के क्या महामंत्री ओ बंदा ते बुढ़ा नहीं जे लगदा, ओनू दो बंदे फड़ के खलोते ने, क्यों? ते महामंत्री ने कहा बादशाह सलामत, तुसी सही वेखे, ओ बंदा बुढ़ा नहीं है, अजे ओ बंदा जवान है, पर वो दो बंदियां दे सहारे नाल पता क्यों खड़ा है? ओदे शरीर नूं कोई भयानक बीमारी लग गई है, किसे रोग ने ओनू जवानी विच बुढ़ियां नालों भी बदतर कर दिता है। साध संगत, रोग बंदे नूं जवानी विच भी बुढ़ियां नालों भैड़ा कर दिता है। बीमारी कोई रोग लग जाए, वो भर जवानी विच भी बुढ़े शरीर नालों बदतर कर दिंदा है। जदों वो महामंत्री ने कहा जी इहनूं कोई रोग लग गया होना है, ये किसी बीमारी नाल बुढ़ियां नालों भी कमजोर पै गया है, उस वक्त तो बादशाह ने कहा सब कुछ पिछे मोड़ो, महलों में चला गया। शीशे विच खलो के गल्लां करदा ओ मना 50-60 सालां दा कादा मान है, की पता भर जवानी विच कोई रोग लग जाए ते वो बंदे वाली हालत हो जाए। इत्थे कादा मान है, इत्थे भर जवानी विच बंदे रोग नाल बुढ़ियां नालों कमजोर पै जांदे ने। ते साध संगत, ओदे मन दे अंदर बड़ा गहरा सदमा लगा कि मान हंकार कादा है, जवानी विच कोई रोग लग जाए बुढ़ियां नालों कमजोर पै जाए। तीजे दिन ओदे महामंत्री ने कहा जी अज परजा तीजी दिशा विच तुहानूं उडीकदी है। जदों तीजे दिन वो महलां तो बाहर निकलिया, बादशाह सिद्धार्थ दा आखिरी दिन सी, उस दिन तो बाद परत के बंदा महलां विच नहीं आया। जदों तीसरे दिन वो महलां तो बाहर निकलिया, जय जयकार हुई, परजा मिलण आई, फुल्लां दी बरखा हुई। तीजी दिशा विच लोग उहदे दर्शन करन लई इकट्ठे होए। जदों सब लोकां दे मान सन्मान चों लंघिया, अचानक चलदियां चलदियां दूर नजर पई, एक बंदे नूं चौं बंदियां ने मोढियां ते चुकिया, चिट्टे कपड़े विच लपेट के लेके जा रहे ने। पिछे अनेकां लोग बिरलाप कर रहे सन, कई माइयां धाहां मार रही सन। उन्हें खलो के वेख के क्या महामंत्री ओ बंदे नूं की हो गया? उन्हें कहा जी ओ बंदे नूं शमशान विच लेके जा रहे, ये बंदा जी पूरा हो गया, ये बंदा मर गया। ते बादशाह सिद्धार्थ ने कहा मर गया, ये किस तरह? उन्हें कहा जी हर बंदा जिहड़ा दुनिया ते आया एक दिन उन्होंने मरना पैना है। जदों महामंत्री ने इन्नी गल कही, बादशाह सिद्धार्थ जो तुसीं 2 दिन वेख्या वो झूठ सी, जो तुसीं अज वेख्या वो सच है। कहंदा 2 दिन वेख्या झूठ किवें? कहंदा जी पहले दिन वेख्या बंदा बुढ़ा हो गया, दूजे दिन वेख्या बंदा ते जवान है, पर किसी बीमारी नाल बुढ़ियां नालों कमजोर पै गया। बादशाह सलामत, वो दोवें गल्लां झूठियां सन। कोई पता नहीं कोई बंदा बुढ़ा होवे ना होवे, ये सच नहीं। किसी बंदे नूं रोग लगे जां ना लगे, ये सच नहीं। पर जो अज वेख्या वो जिंदगी दी सच्चाई है। बुढ़ा कोई होवे ना होवे ये सच नहीं, रोग कोई लगे जां ना लगे सच नहीं। पर एक धरती ते जो कोई बंदा इस धरती ते आया, एक दिन उन्होंने चौं दे मोढियां ते जाना पैंदा, ये सच है। जेड़ा धरती ते आया एक दिन मरना पैंदा, ये सच है। इस सच्चाई नूं सुन के बादशाह सिद्धार्थ वैरागी हो गया। साध संगत, काल चेते करके उन्होंने अकाल पुरख की बंदगी नाल जुड़िया। ओहियो बादशाह सिद्धार्थ महल छड्ड के जंगलों में चला गया, किसे नूं लभ्या नहीं, राज भाग त्याग दिता। 12 सालां बाद ओहियो बादशाह सिद्धार्थ दुनिया के नक्शे ते महात्मा बुद्ध के नाम नाल प्रसिद्ध हो गया। उस बंदे ने काल नूं देख के अकाल पुरख नूं चेते कीता, बंदगी ने उन्होंने रब बना दिता। इदां साध संगत हर बंदे नूं मौत चेते रखनी चाहिए है। श्री गुरु तेग बहादुर महाराज ने वचन कहा, चिंता ना कर पर चेते रख। चिंता करेगा वक्त तो पहला मर जाएगा, वेख सकेगा। इसलिए मौत की चिंता ना कर, मौत नूं चित्ते रख। जेड़े बंदे मौत नूं चित्ते रखते ने उन्हां नूं रब दा नाम चेते आउंदा है। जिन्हों नाम चेते आवे उहदा लोक भी सुखी ते परलोक भी सुहेला।
ਤਾਂ ਪਾਤਸ਼ਾਹ ਨੇ ਕਿਹਾ ਚਿੰਤਾ ਤਾ ਕੀ ਕੀਜੀਐ, ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਬਸ ਚਿੰਤਾ ਨਾ ਕਰ, ਹਰ ਰੋਜ਼ ਮੌਤ ਚਿੱਤੇ ਕਰ ਲਿਆ ਕਰ, ਆਪਣੇ ਆਪ ਤੈਨੂੰ ਚਿੱਤੇ ਆਏਗਾ। ਸਤਨਾਮ ਸ੍ਰੀ ਵਾਹਿਗੁਰੂ। ਤੁਹਾਡਾ ਤਜਰਬਾ ਰਹਿਣਾ, ਰਾਹ ਜਾਂਦਿਆਂ ਬੰਦਾ ਕਿਸੇ ਦਾ ਐਕਸੀਡੈਂਟ ਵੇਖ ਲੈਣਾ, ਉਹਨੂੰ 5-7 ਮਿੰਟ ਵਾਸਤੇ ਦੁਨੀਆ ਭੁੱਲ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਜਾਂਦਾ ਹੈ, ਹਾਲਾਂਕਿ ਕਿਸੇ ਦਾ ਵੇਖਿਆ। ਪਰ ਜਦੋਂ ਉਹਨੂੰ ਆਪਣੀ ਮੌਤ ਰੋਜ਼ ਚਿੱਤੇ ਆਵੇ, ਇਹ ਹੋਏ ਨਹੀਂ ਸਕਦਾ ਉਹਨੂੰ ਵਾਹਿਗੁਰੂ ਚਿੱਤੇ ਨਾ ਆਵੇ। ਹਰ ਬੰਦਾ ਰੋਜ਼ ਆਪਣੀ ਮੌਤ ਯਾਦ ਕਰੇ। ਤਾਈਓ ਪਾਤਸ਼ਾਹ ਨੇ ਮਰਿਆਦਾ ਦਿੱਤੀ ਹੈ, ਉਹ ਸਿੱਖਾ ਰਾਤੀ ਸੌਣ ਲੱਗਿਆਂ ਪੜ੍ਹ ਲਿਆ ਕਰ ਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਦਿਨ ਕਰਕੇ ਘੜੀ ਕਰਕੇ ਪਹਿਰ ਕਰਕੇ ਭਾਈ ਤੇਰੀ ਉਮਰ ਘਟਦੀ ਜਾ ਰਹੀ ਹੈ। ਇਹ ਰੋਜ਼ ਚਿੱਤੇ ਕਰ ਲਿਆ ਕਰ। ਔਦ ਘਟੈ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਹਰ ਰੋਜ਼ ਸੌਣ ਲੱਗਿਆਂ ਚਿੱਤੇ ਕਰ ਕਿ ਸੱਦਣ ਹਾਰਾ ਸਿਮਰੀਐ, ਘਰ ਘਰ ਇਹੋ ਪਹੁੰਚਾ। ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ। ਨਾਨਕ ਸੇ ਦੇ ਅਵਨ। ਭਾਈ ਇਸ ਧਰਤੀ ਤੇ ਜੋ ਆਇਆ ਉਹਨੂੰ ਇੱਕ ਦਿਨ ਜਾਣਾ ਪੈਂਦਾ ਹੈ। ਸਾਧ ਸੰਗਤ, ਇਹ ਮੌਤ ਭਾਵੇਂ ਹਰ ਇੱਕ ਬੰਦੇ ਦੇ ਸਿਰ ਤੇ ਹੈ, ਹਰ ਇੱਕ ਬੰਦੇ ਨੂੰ ਆਉਣੀ ਹੈ, ਪਰ ਜਿੰਨੀ ਦੇਰ ਆਪਾਂ ਸੰਸਾਰ ਸਰੀਰ ਤੇ ਪਰਿਵਾਰ ਵਿੱਚ ਹੈ, ਉਨੀ ਦੇਰ ਸਰੀਰਾਂ ਦੇ ਜਾਣ ਦਾ ਦੁੱਖ ਰਹਿੰਦਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਕੱਲਾ ਪੁੱਤਰਾਂ ਨੂੰ ਨਹੀਂ, ਪਿਓ ਦੇ ਮਰਨ ਦਾ ਦੁੱਖ ਪੁੱਤਾਂ ਨਾਲੋਂ ਵੱਧ ਧੀਆਂ ਨੂੰ ਹੁੰਦਾ ਹੈ। ਸਾਧ ਸੰਗਤ, ਉਹ ਕਿਉਂ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਹੈ, ਭਰਾ ਨੂੰ ਭਰਾ ਪਿਆਰਾ ਹੈ, ਭਾਵੇਂ ਭਰਾ ਭਰਾ ਆਪਸ ਵਿੱਚ ਕਦੇ ਨਾ ਬੋਲਣ, ਪਰ ਜਿੱਦਣ ਭਰਾ ਦੀ ਕਿਸੇ ਦੂਜੇ ਬਾਹਰਲੇ ਬੰਦੇ ਨਾਲ ਕੋਈ ਝਗੜਾ ਕਲੇਸ਼ ਪੈਂਦਾ, ਚਿੱਤੇ ਰੱਖਿਓ ਮੈਦਾਨੇ ਜੰਗ ਅੰਦਰ ਸਕਾ ਭਰਾ ਹੀ ਭਰਾ ਦੇ ਨਾਲ ਖਲੋਂਦਾ। ਇਹ ਠੀਕ ਹੈ, ਗੈਰਾਂ ਨਾਲ ਜਿੰਨੀ ਮਰਜ਼ੀ ਮਿੱਤਰਤਾ ਹੋਵੇ, ਜਦੋਂ ਭਰਾ ਦੇ ਸਿਰ ਤੇ ਭੀੜ ਪੈ ਜਾਏ ਉਦੋਂ ਸਕਾ ਭਰਾ ਨਾਲ ਖਲੋਂਦਾ। ਸਾਹਿਬ ਨੇ ਬਾਣੀ ਅੰਦਰ ਕਿਹਾ, ਜੈਸੇ ਰਣ ਮੈਂ ਸਖਾ ਭਰਾਤ, ਭਰਾ ਭਰਾ ਨਾਲ ਬੇਸ਼ੱਕ ਨਾ ਬੋਲਦਾ ਹੋਵੇ, ਪਰ ਉਹ ਕਦੇ ਆਪਣੇ ਭਰਾ ਦੀ ਮੁਖਾਲਫਤ ਨਹੀਂ ਸੁਣਦਾ। ਜਿੱਦਣ ਉਹਦੇ ਭਰਾ ਦੀ ਜਾਨ ਉੱਤੇ ਆ ਬਣੇ, ਉਦਣ ਉਹ ਬੰਦਾ ਸਾਰੀਆਂ ਗੱਲਾਂ ਭੁਲਾ ਕੇ ਭਰਾ ਨਾਲ ਖਲੋਂਦਾ। ਉਧਰਲੇ ਪਾਸੇ ਹੁਣ ਦੁਨਿਆਵੀ ਰਿਸ਼ਤਾ, ਸਾਧ ਸੰਗਤ, ਇੰਨਾ ਪਿਓ ਤੇ ਪੁੱਤ ਦਾ ਪਿਆਰ ਨਹੀਂ ਜਿੰਨਾ ਸਾਹਿਬ ਨੇ ਕਿਹਾ ਧੀ ਤੇ ਪਿਓ ਦਾ ਪਿਆਰ ਹੁੰਦਾ। ਮਾਫ ਕਰਿਓ, ਪਿਓ ਤੇ ਪੁੱਤਰਾਂ ਵਿੱਚ ਪਿਆਰ ਹੈ, ਪਰ ਜਦੋਂ ਸਾਹਿਬ ਨੇ ਰਿਸ਼ਤੇ ਦੀ ਵਡਿਆਈ ਕੀਤੀ ਉਦੋਂ ਕਿਹਾ, ਸੱਜਣਾ ਪਿਓ ਦਾ ਪਿਆਰ ਇੰਨਾ ਪੁੱਤ ਨਾਲ ਨਹੀਂ ਜਿੰਨਾ ਪਿਓ ਦਾ ਪਿਆਰ ਧੀਆਂ ਨਾਲ ਹੁੰਦਾ। ਪਿਓ ਜ਼ਿੰਦਗੀ ਵਿੱਚ, ਆਪਾਂ ਵੀ ਪਰਿਵਾਰਾਂ ਵਾਲੇ ਬੈਠੇ, ਤੁਹਾਡੇ ਵੀ ਬੱਚੇ ਨੇ, ਇੱਕ ਬੰਦਾ ਸਾਧ ਸੰਗਤ ਆਪਣੇ ਪੁੱਤ ਦੇ ਤਾਂ ਥੱਪੜ ਮਾਰ ਸਕਦਾ। ਬੰਦੇ ਦੇ ਪਿਓ ਦੇ ਹੱਥ ਵਿੱਚ ਤਾਕਤ ਹੈ, ਉਹ ਗੁੱਸੇ ਵਿੱਚ ਆ ਜਾਏ ਪੁੱਤ ਉੱਤੇ ਹੱਥ ਚੁੱਕ ਸਕਦਾ, ਪਰ ਮਾਫ ਕਰਿਓ ਕਿਸੇ ਪਿਓ ਦੇ ਹੱਥ ਵਿੱਚ ਤਾਕਤ ਨਹੀਂ, ਉਹ ਕਦੇ ਆਪਣੀ ਧੀ ਦੇ ਉੱਤੇ ਹੱਥ ਚੁੱਕ ਸਕੇ। ਕਿਉਂਕਿ ਧੀ ਤੇ ਪਿਓ ਦਾ ਪਿਆਰ, ਸਾਹਿਬ ਨੇ ਬਾਣੀ ਅੰਦਰ ਕਿਹਾ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਜਿੰਨੀ ਦੇਰ ਪਿਓ ਜਿਉਂਦਾ ਉਨੀ ਦੇਰ ਧੀਆਂ ਨੂੰ ਐ ਰਹਿੰਦਾ ਮੇਰੀ ਧਿਰ ਜਿਉਂਦੀ ਹੈ। ਸਾਧ ਸੰਗਤ, ਉਹ ਧੀਆਂ ਬੜੇ ਮਾਣ ਨਾਲ ਆਉਂਦੀਆਂ ਨੇ, ਮੇਰੇ ਪਿਓ ਦਾ ਘਰ ਹੈ, ਇਹ ਮੇਰੇ ਪਿਓ ਦਾ ਘਰ ਹੈ। ਬਾਅਦ ਵਿੱਚ ਭਾਵੇਂ ਲੱਖ ਭਰਾ ਭਰਜਾਈਆਂ ਪਿਆਰ ਕਰਨ, ਮਾਣ ਸਤਿਕਾਰ ਭਾਵੇਂ ਲੱਖ ਹੋਵੇ, ਪਰ ਇਹ ਸੱਚ ਹੈ ਸਾਧ ਸੰਗਤ, ਇੱਕ ਧੀਆਂ ਦੇ ਮਨ ਅੰਦਰ ਰਹਿੰਦਾ, ਜਿੰਨੀ ਦੇਰ ਪਿਓ ਜਿਉਂਦਾ ਉਨੀ ਦੇਰ ਪਿੱਕੇ ਨੇ। ਜਿੱਦਣ ਪਿਓ ਚਲਿਆ ਜਾਂਦਾ, ਧੀਆਂ ਨੂੰ ਐਂ ਲੱਗਦਾ ਜੇ ਘਰ ਪਰਾਇਆ ਜਿਹਾ ਹੋ ਗਿਆ। ਇਹ ਦੁਨਿਆਵੀ ਰਿਸ਼ਤੇ ਨੇ ਸਾਧ ਸੰਗਤ। ਇਹਨਾਂ ਰਿਸ਼ਤਿਆਂ ਵਿੱਚ ਫਿਰ ਕਿਵੇਂ ਇਹ ਹੋ ਨਹੀਂ ਸਕਦਾ ਕਦੇ ਕਿ ਕਿਸੇ ਧੀ ਦਾ ਪਿਓ ਗੁਜ਼ਰਦਾ, ਆਪਾਂ ਕਹਦੇ ਨਹੀਂ ਜੀ ਬੰਦਾ ਸਿਆਣਾ ਹੋ ਕੇ ਉਮਰ ਭੋਗ ਕੇ ਗਿਆ, ਕਾਹਦਾ ਦੁੱਖ ਹੈ। ਨਹੀਂ ਸਾਧ ਸੰਗਤ, ਮਨ ਦੇ ਅੰਦਰ ਵਿਰਾਗ ਆਉਂਦਾ। ਇਹ ਰਿਸ਼ਤੇ ਇਸ ਤਰ੍ਹਾਂ ਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਅੱਜ ਆਪਾਂ ਉਹਨਾਂ ਰਿਸ਼ਤਿਆਂ ਕਰਕੇ ਗੁਰੂ ਦੇ ਚਰਨਾਂ 'ਚ ਬੈਠੇ। ਜੇ ਕੋਈ ਰਿਸ਼ਤਾ ਹੈ ਤੇ ਰਿਸ਼ਤਿਆਂ ਕਰਕੇ ਬੈਠੇ। ਪਹਿਲਾਂ ਰਿਸ਼ਤਿਆਂ ਦੀ ਕਦਰ ਕਰੀਏ, ਰਿਸ਼ਤਿਆਂ ਦਾ ਸਤਿਕਾਰ ਕਰੀਏ, ਫਿਰ ਸਾਨੂੰ ਗੁਰੂ ਦੇ ਸ਼ਬਦ ਦਾ ਮਾਣ ਸਤਿਕਾਰ ਵੀ ਗੁਰੂ ਕੋਲੋਂ ਮਿਲਦਾ ਹੈ। ਪਾਤਸ਼ਾਹ ਨੇ ਬਾਣੀ ਅੰਦਰ ਲਿਖ ਕੇ ਦਿੱਤਾ ਹੈ, ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਪਤਾ ਕਿਹੜਾ? ਆਪਣੇ ਮਾਂ ਪਿਓ ਨਾਲ ਝਗੜਾ ਕਰਨਾ।
मैनू कई बार फिर कथा दरबार साहब तो सुन के कई सज्जन कहते जी जे विचार ना मिलती होवे, ये ठीक है साध संगत आपां गृहस्थी हाँ, विचार ना मिलती होवे जिंदगी च याद रखियो, जे तुसीं गुरसिख हो अपने माँ प्यो नाल विचार ना मिले तो चुप कर जाना चाहिए, पर विचार ना मिले कदे झगड़ा ना करियो, क्योंकि झगड़ा करना सब तो वड्डा पाप है। एक किते नहीं लिखिया साध संगत किसी होर नाल झगड़ा करना, भरा नाल झगड़ा करना पाप है, नहीं। एक चीज बारे साहब ने ताड़ना की, काहे पूत झगरत हो संग बाप, जिनके जने बडीरे तुम हो तिन स्यों झगरत पाप। मां प्यो नाल कदे भुल के झगड़ा ना करी, क्योंकि मां प्यो इस हस्ती दे मालक ने जिन्हां ने सानू दुनिया विखाई है, जिन्हां ने सानू संसार वेखण वास्ते दिता। सो जदों आपां अदब सत्कार करांगे फिर गुरु दे दर उत्ते प्रवान होईदा। आपां मां प्यो दी सेवा करिए, अपने बच्चे फिर अपनी सेवा करते हैं। ये इसे तरह संसार चलदा है। अज उन्हां रिश्तियां करके आपां अरदास करन वास्ते बैठे हैं, जिथे इन्हां दा परिवार जुड़िया उत्थे जिन्ना जिन्ना किसी दा रिश्तेदारी दा प्यार संबंध है, आपां गुरसिख संगती तौर पर अरदास करने बैठे, क्योंकि अरदास जिहड़ी है वो अकाल पुरख वाहिगुरू के चरणों में प्रवान हुंदी है। ये सानू मर्यादा दिती है, उस अरदास वास्ते आपां जुड़े। आओ अरदास में जुड़ने तुहानू बेनती है, जिन्हां दे कोल मोबाइल फोन ने वो 5 मिनट वास्ते बंद कर दिओ, क्योंकि अरदास में किसी का फोन नहीं बजना चाहिए। जिहड़े काम लई आपां आए हैं उहदे वास्ते जोड़िए, घंटा 1.5 घंटा 2 घंटे बहिने आ, उहदे विच जरूरी नहीं कि अपना 1.5 घंटा ही अपनी सुरत इत्थे रही है। कई बार शरीर करके इत्थे बैठे तो काम चेते आ रहे, होर गल्लां चेते आ रही, पर जदों अरदास होवे उदों तुहाडा ध्यान, तुहाडी सुरत जिहड़ी है वो जरूर गुरु के चरणों में जुड़े। ये अरदास सहायता करेगी विछड़ी हुई आत्मा लई। अज आपां सरदार मुखविंदर सिंह जी के अंतिम अरदास वास्ते जुड़ बैठे। आओ साध संगत आनंद साहब दीयां 6 पौड़ियां का पाठ करके फिर आपां अरदास में जुड़ना। जिन्हों को मोबाइल फोन ने वो कृपा करके 2 मिनट लिए स्विच ऑफ कर दिओ। एक बार सारी संगत प्यार नाल सुरत जोड़ के नाम जपिओ, अपनी भी सहायता होएगी, उस बिछड़ी हुई आत्मा की भी सहायता होएगी। क्योंकि जे जिथे कोई दुनिया की होर चीज़ काम ना करे, उत्थे कोई चीज़ पहुँचती वाहिगुरू जी का नाम। जय मात पिता सुत मीत न भाई, मन उहा नाम तेरे संग सहाई। जय महाभयान दूत जम दलै, तै केवल नाम संग तेरे चलै। जय मुश्किल होवे अत भारी, हर को नाम खिन महे उधारी। उत्थे रब दा नाम ही सहायता करदा। एक बार सारी संगत प्यार नाल जपो, वाहिगुरू 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 वाहिगुरू
ਵਾਹਿਗੁਰੂ 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 ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ। ਆਓ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ